व्यापार मंडल पठानकोट का एक शिष्टमंडल प्रधान अमित नैयर के नेतृत्व में विधायक अमित विज से मिला, जिसमें उन्होंने विधायक अमित विज से लॉकडाउन के स्पष्टीकरण और कर्फ्यू के स्पष्टीकरण की मांग करते हुए कहा कि लोगों में सबसे बड़ा भ्रम यही है कि लोगों को यही नहीं पता कि लॉकडाउन क्या है और कर्फ्यू क्या है, कब लॉकडाउन होता है और कब कर्फ्यू होता है। उन्हें इसका अंतर पता नहीं चलता। कौन सी दुकानें खुली हैं, कौन सी दुकानें नहीं, लोगों को ये भी पता नहीं होता है, क्योंकि अधिकतर दुकानें लॉकडाउन में खुली हुई हैं और बहुत कम दुकानें ऐसी हैं जो कि बंद हैं। बाजारों में उसी तरह से भीड़ है, कार्यालयों में कर्मचारियों की पूरी तरह से भीड़ है, अस्पतालों में भीड़ है, सड़कों पर भीड़ है, लोग वाहनों पर एक ही जगह 3-3 लोग बैठकर जा रहे हैं। कहीं पर भी कोई भी सरकारी हिदायतें नजर नहीं आ रही। इसलिए लोगों की ये भ्रम अवस्था जो बनी हुई है, इसे जिला प्रशासन और इसे विधायक पूरी तरह से स्पष्ट करें और लोगों को इसके बारे में बताएं। साथ ही उन्होंने ये भी कहा कि इसमें कोई संदेह नहीं है कि व्यापार मंडल ने हमेशा ही सरकार का, जिला प्रशासन का सहयोग किया है, उनका साथ दिया है। पिछले साल भी उन्होंने बहुत से सेवार्थ कार्य व्यापार मंडल ने लोगों के लिए किए थे। आगे भी वो इसके लिए तैयार हैं। वो मानते हैं कि हम होंगे तभी वो काम कर पाएंगे। अगर इंसान नहीं रहेगा तो आर्थिक स्थिति को मजबूत करने का कोई फायदा नहीं है। उन्होंने ये भी कहा है कि जान है तो जहान है, वे उनके साथ हैं और अगर वो इस स्थिति में अपने कारोबार को बढ़ावा देते हैं तो इसके लिए वो सरकार और जिला प्रशासन को पूरी तरह से आश्वस्त करते हैं कि वो सरकारी हिदायतों के अंतर्गत ही अपने कारोबार को चलाएंगे और किसी भी प्रकार की कोई भी दिक्कत ना हो, इसके लिए भी वो पूरा प्रयास करेंगे। ਅੱਜ ਵਪਾਰ ਮੰਡਲ ਪਠਾਨਕੋਟ ਦਾ ਸ਼ਿਸ਼ਟ ਮੰਡਲ ਜਿਹੜਾ ਸਾਡੇ ਸ਼ਹਿਰ ਦੇ ਐਮਐਲਏ ਮਤਵੀਜੀ ਦੇ ਨਾਲ ਮਿਲਿਆ, ਕਿਉਂਕਿ ਸਾਨੂੰ ਵਪਾਰੀਆਂ ਨੂੰ ਬਹੁਤ ਸੀ ਦਿੱਕਤਾਂ ਆ ਰਹੀਆਂ ਸੀ ਪਿਛਲੇ ਕੁਝ ਦਿਨਾਂ ਤੋਂ, ਜਦੋਂ ਦਾ ਲੋਕਡਾਊਨ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ, ਜਿਹਦੇ 'ਚ ਕੁਝ ਦੁਕਾਨਦਾਰਾਂ ਨੂੰ, ਕੁਝ ਵਿਵਸਾਏ ਨੂੰ ਜਿਹੜੀ ਰਿਆਇਤਾਂ ਦਿੱਤੀਆਂ ਔਰ ਕੁਝ ਅਸੈਂਸ਼ੀਅਲ ਔਰ ਨਾਨ ਅਸੈਂਸ਼ੀਅਲ ਕਰ ਦਿੱਤੇ ਗਏ, ਜਿਹਦੇ ਕਾਰਨ ਬਹੁਤ ਸੇ ਲੋਕ ਜਿਹੜੇ ਵਪਾਰੀ ਵਰਗ ਹੈ ਉਹਦੇ 'ਚ ਰੋਸ਼ ਵੀ ਸੀ ਔਰ ਬਹੁਤ ਸੀ ਜਿਹੜੀਆਂ ਜਾਣਕਾਰੀਆਂ ਪ੍ਰਾਪਤ ਕਰਨਾ ਚਾਹੁੰਦੇ ਸੀ। ਇਸੇ ਇਵਜ ਦੇ ਵਿੱਚ ਅੱਜ ਜਿਹੜਾ ਸਾਡਾ ਸ਼ਿਸ਼ਟ ਮੰਡਲ ਹੈ ਇੱਕ ਮੰਗ ਲੈ ਕੇ ਸਾਡੇ ਐਮਐਲਏ ਸਾਹਿਬ ਨੂੰ ਮਿਲਿਆ ਔਰ ਮੰਗ ਕੀਤੀ ਹੈ ਪ੍ਰਸ਼ਾਸਨ ਦੇ ਅੱਗੇ, ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਜਿਹੜੀਆਂ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਮੁਸ਼ਕਲਾਂ ਆ ਰਹੀਆਂ ਉਹ ਉਹਨਾਂ ਨੂੰ ਹੱਲ ਕੀਤਾ ਜਾਏ। ਲੋਕਾਂ ਦਾ ਜਿਹੜਾ ਭਰਮ ਬਣਿਆ ਕਿ ਕਿਹੜੀ ਦੁਕਾਨਾਂ ਖੁੱਲ੍ਹਣੀਆਂ, ਕਿਹੜੀਆਂ ਬੰਦ ਆ, ਰੋਜ਼ ਨੋਟੀਫਿਕੇਸ਼ਨ ਆ ਰਹੀਆਂ, ਇਹਦੇ ਲਈ ਵੀ ਅਸੀਂ ਪੰਜਾਬ ਸਰਕਾਰ ਨੂੰ ਚਿਤਾਇਆ ਕਿ ਇੱਕੋ ਵਾਰੀ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਏ ਔਰ ਪੂਰੇ ਸਪਸ਼ਟ ਰੂਪ ਦੇ ਵਿੱਚ ਜਿਹੜੀ ਨੋਟੀਫਿਕੇਸ਼ਨ ਬਾਜ਼ਾਰ ਦੇ ਵਿੱਚ ਜਾਂ ਉਹਦਾ ਜਿਹੜਾ ਸਰੂਪ ਸਹੀ ਢੰਗ ਨਾਲ ਬਣਾ ਕੇ ਦਿੱਤਾ ਜਾਏ, ਤਾਂ ਕਿ ਕੋਈ ਵੀ ਭਰਮ ਜਿਹੜਾ ਵਪਾਰੀਆਂ 'ਚ ਜਾਂ ਦੁਕਾਨਦਾਰਾਂ 'ਚ ਨਾ ਰਵੇ। ਔਰ ਦੂਸਰੇ ਇਹਦੇ ਨਾਲ ਨਾਲ ਹੀ ਅਸੀਂ ਯਕੀਨ ਦਵਾਇਆ ਪ੍ਰਸ਼ਾਸਨ ਨੂੰ ਵੀ, ਐਮਐਲਏ ਸਾਹਿਬ ਨੂੰ ਵੀ, ਕਿ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਦੋਂ ਲਾਕਡਾਊਨ ਲੱਗਾ ਸੀ, ਜਿੰਨੇ ਵੀ ਵਪਾਰੀ ਵਰਗ ਹੈ, ਵਪਾਰ ਮੰਡਲਾਂ ਨੇ बढ़ चढ़ के हिस्सा लिता और समाज की सेवा भी की। असी कदे नहीं कहते कि साडी दुकानां खुलियां रहन या सानू नुकसान होवे। ਉਹਦੇ ਨਾਲ ਹੀ ਸਮਾਜ ਦੇ ਵਿੱਚ ਵੀ ਜਿਹੜੀ ਇਹ ਮਹਾਮਾਰੀ ਫੈਲ ਚੁੱਕੀ ਹੈ, ਜੋ ਜਿਸ ਤਰ੍ਹਾਂ ਦਾ ਇਹਨੇ ਰੂਪ ਧਾਰਨ ਕੀਤਾ। ਕੱਲ ਵੀ ਸਾਨੂੰ ਦੱਸਿਆ ਗਿਆ ਕਿ 11 ਮੌਤਾਂ ਹੋਈਆਂ ਔਰ 457 ਜਿਹੜੇ ਕੇਸ ਆਏ ਨੇ। ਇਹ ਵੀ ਬੜਾ ਚਿੰਤਾ ਦਾ ਵਿਸ਼ੇ ਹੈ। ਜੇ ਅਸੀਂ ਨਹੀਂ ਰਵਾਂਗੇ ਤਾਂ ਸਾਡਾ ਵਪਾਰ ਜਾਂ ਕਾਰੋਬਾਰ ਵੀ ਨਹੀਂ ਰਹੇਗਾ। ਇਸ ਲਈ ਵਪਾਰੀਆਂ ਦੇ ਅੱਗੇ, ਸਾਰੇ ਲੋਕਾਂ ਦੇ ਅੱਗੇ ਵੀ ਇਹ ਬੇਨਤੀ ਹੈ, ਆਪਣੇ ਅਦਾਰੇ ਖੋਲੋ, ਆਪਣਾ ਕਾਰੋਬਾਰ ਕਰੋ। ਪੁਲਿਸ ਪ੍ਰਸ਼ਾਸਨ ਤੁਹਾਨੂੰ ਤੰਗ ਨਹੀਂ ਕਰੇਗਾ। और ਉਹਦੇ ਨਾਲ ਅਸੀਂ ਅੱਜ ਵਪਾਰੀਆਂ ਵੱਲੋਂ ਵੀ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪੂਰੀ ਗਾਈਡਲਾਈਨਸ ਜਿਹੜੀਆਂ ਨੇ ਸਰਕਾਰ ਦੁਆਰਾ ਦਿੱਤੀ ਗਈਆਂ ਨੇ ਉਹਦਾ ਪਾਲਣ ਕਰਾਂਗੇ। ਆਪਣੇ ਵਪਾਰਿਕ ਅਦਾਰਿਆਂ ਦੇ ਉੱਤੇ ਉਸ ਗਾਈਡਲਾਈਨਸ ਨੂੰ ਮੰਨਦੇ ਹੋਏ ਆਪਣਾ ਅਸੀਂ ਕਾਰੋਬਾਰ ਕਰਾਂਗੇ, ਕਿਉਂਕਿ ਵਪਾਰੀਆਂ ਨੇ ਜਿਹੜਾ ਆਪਣੀ ਰੋਜੀ ਰੋਟੀ ਵੀ ਕਮਾਣੀ ਹੈ, ਆਪਣਾ ਘਰ ਪਰਿਵਾਰ ਵੀ ਚਲਾਉਣਾ ਔਰ ਸਭ ਤੋਂ ਵੱਧ ਕਿ ਸਰਕਾਰ ਨੂੰ ਟੈਕਸ ਵੀ ਜਿਹੜਾ ਦੇਣਾ, ਜਿਹਦੇ ਨਾਲ ਸਰਕਾਰ ਚੱਲਣੀ ਹੈ। ਜੇ ਵਪਾਰੀ ਬੰਦ ਹੋ ਜਾਏਗਾ, ਵਪਾਰੀ ਰੁਕ ਜਾਏਗਾ ਤਾਂ ਸਰਕਾਰ ਵੀ ਜਿਹੜੀ ਰੁਕ ਜਾਏਗੀ। ਇਸ ਕਰਕੇ ਮੇਰੀ ਸਭ ਦੇ ਅੱਗੇ ਬੇਨਤੀ ਹੈ, ਪੂਰੇ ਸਮੂਹ ਵਪਾਰ ਮੰਡਲ ਜਿੰਨੇ ਵੀ ਮੇਰੇ ਇੱਥੇ ਸੀਨੀਅਰ ਪਦਾਧਿਕਾਰੀ ਖੜੇ ਨੇ, ਸਾਰੇ ਸ਼ਹਿਰ ਵਾਸੀਆਂ ਅੱਗੇ, ਸਾਰੇ ਪੰਜਾਬ ਵਾਸੀਆਂ, ਸਾਰੇ ਹਿੰਦੁਸਤਾਨ ਵਾਸੀਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਹਾਮਾਰੀ ਦੇ ਕਾਲ ਤੋਂ ਅਸੀਂ ਕਿਸੇ ਵੀ ਤਰੀਕੇ ਆਪਣਾ ਬਚ ਬਚਾ ਕਰਕੇ ਨਿਕਲੀਏ, ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਪਰਮਾਤਮਾ ਕਰੇ ਕਿ ਬਹੁਤ ਵਧੀਆ ਔਰ ਸਾਰਿਆਂ ਲਈ ਸੁਖਮਈ ਹੋਏ। ਤੋ ਇਸ ਲਈ ਮੇਰੀ ਬੇਨਤੀ ਹੈ कि दोबारा तो कि अपना आप सुरक्षित रखो,
और समाज ਨੂੰ सुरक्षित रखो। दूसरी तरफ विधायक अमित विज ने भी ये कहा है कि सरकार की ओर से जितना हो सकेगा व्यापार वर्ग को मजबूत बनाने के लिए, व्यापार वर्ग को सुविधाएं देने के लिए वो प्रयास करेगी। उनका भी प्रयास यही रहेगा कि व्यापारियों ने जिस प्रकार से सरकार को सहयोग दिया है, सरकार भी और जिला प्रशासन भी व्यापारियों को उसी तरह से सहयोग दे और किसी भी प्रकार का डर जो है उनके मन में ना हो, चाहे वो जिला प्रशासन का हो या फिर पुलिस प्रशासन का। मैं सब तो पहले ਵਪਾਰ ਮੰਡਲ ਦੇ ਸਾਰੇ ਮੋਤਬਾਰ ਮੇਰੇ ਨਾਲ ਨੇ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ। ਮੇਰੇ ਨਾਲ ਮੇਅਰ ਸਾਹਿਬ ਵੀ ਨੇ। ਹਮੇਸ਼ਾ ਪਿਛਲੀ ਵਾਰ ਵੀ ਜਦੋਂ ਕਰੋਨਾ ਆਇਆ ਤੇ ਮੈਂ ਉਦੋਂ ਵੀ ਵਪਾਰੀਆਂ ਨੇ ਸਾਡੇ ਸ਼ਹਿਰ ਦੀ ਜਿਹੜੀ ਨੀਂਹ ਹੈ ਸਾਡਾ ਬੜਾ ਸਾਥ ਦਿੱਤਾ। ਇਸ ਵਾਰੀ ਮੈਂ ਇਹਨਾਂ ਨੂੰ ਰਿਕੁਐਸਟ ਕਰਨਾ ਕਿ ਜੋ ਸਰਕਾਰ ਵੱਲੋਂ ਹੋ ਸਕੇਗਾ, ਕਿਉਂਕਿ ਐਂਡ ਆਬਜੈਕਟਿਵ ਹੈ ਟਾਈਮ ਕੱਢਣਾ, ਆਪਣੇ ਲੋਕਾਂ ਨੂੰ ਬਚਾਉਣਾ ਤੇ ਇਸ ਬਿਮਾਰੀ ਨਾਲ ਲੜ ਕੇ ਬਾਹਰ ਨਿਕਲਣਾ। ਸਭ ਦੀ ਜਾਨ ਬੜੀ ਕੀਮਤੀ ਹੈ ਜੀ, ਕਿਉਂਕਿ ਆਪਣੇ ਵਾਸਤੇ ਅਸੀਂ ਕੰਮ ਕਰਨੇ ਆ ਤੇ ਮੈਨੂੰ ਇਹਨਾਂ ਨੇ ਸ਼ੋਰ ਕੀਤਾ ਕਿ ਇਹਨਾਂ ਵੱਲੋਂ ਜੋ ਸਹਾਇਤਾ ਹੋ ਸਕੇਗੀ ਇਸ ਮਹਾਮਾਰੀ ਨਾਲ ਲੜਨ ਦੀ, ਜਿਸ ਤਰ੍ਹਾਂ ਪਹਿਲੇ ਸਾਥ ਦਿੱਤਾ ਇਹ ਹੁਣ ਵੀ ਦੇਣਗੇ ਤੇ ਸਰਕਮਸਟੈਂਸਿਸ ਨੂੰ ਹਵਾਲਾ ਦਿੰਦੇ ਹੋਏ ਦੇਖਦੇ ਹੋਏ ਤੇ ਇਹਨਾਂ ਦੀ ਵੀ ਸਿਹਤ, ਵਪਾਰੀਆਂ ਦੀ ਵੀ ਸਿਹਤ ਸਾਡੀ ਜ਼ਿੰਮੇਵਾਰੀ ਹੈ ਔਰ ਉਹਨਾਂ ਦੀ ਵੀ ਸਿਹਤ ਨੂੰ ਦੇਖਦੇ ਹੋਏ, ਉਹਨਾਂ ਦੀ ਵੀ ਲਾਈਫ ਦੇਖਦੇ ਹੋਏ ਜੋ ਡਿਸੀਜਨਸ ਸਰਕਾਰ ਲੈ ਰਹੀ ਹੈ ਉਹ ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਕਿ ਉਹ ਫੋਲੋ ਕਰਨ। ਕੱਲ ਮੈਂ ਇੱਕ ਅਪਡੇਟ ਦਿੱਤਾ ਸੀ ਸਾਰਿਆਂ ਨੂੰ, ਪਰਸੋਂ ਵੀ ਅਪਡੇਟ ਦਿੱਤਾ ਸੀ। ਪਿਛਲੇ 4 ਦਿਨਾਂ ਤੋਂ ਸਾਡਾ 212 ਲੋਕ ਆਕਸੀਜਨ ਤੇ ਆ ਰਹੇ ਨੇ, ਐਵਰੇਜ ਕੱਲ 214 ਸੀ। ਉਹਦੇ ਵਿੱਚੋਂ 90 ਕੁ ਲੋਕ ਹਾਈ ਫਲੋ ਆਕਸੀਜਨ 'ਚ ਨੇ, 40 ਲੋਕ ਇਹ ਨਹੀਂ ਕਿ ਠੀਕ ਨਹੀਂ ਹੋ ਰਹੇ। ਕੱਲ 180 ਬੰਦੇ ਡਿਸਚਾਰਜ ਵੀ ਹੋਏ ਨੇ ਔਰ 35 ਲੋਕ ਸਾਡੇ ICU 'ਚ ਨੇ। ਜਿਹੜੇ ਲੋਕ ICU 'ਚ ਚਲੇ ਜਾਂਦੇ ਨੇ ਪਰਮਾਤਮਾ ਉਹਨਾਂ ਨੂੰ ਰਿਕਵਰ ਕਰੇ, ਮਗਰ ਜੋ ਡੇਟਾ ਮੈਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਇੱਕ ਵਾਰ ਜਿਹੜਾ ਬੰਦਾ ICU ਜਾਂ ਵੈਂਟੀਲੇਟਰ 'ਤੇ ਚਲੇ ਜਾਂਦੇ ਨੇ ਉਹਨਾਂ ਦਾ ਸਰਵਾਈਵਲ ਰੇਟ ਬਹੁਤ ਜ਼ਿਆਦਾ ਘਟ ਜਾਂਦਾ ਹੈ। ਅੱਜ ਵੀ ਮੇਰੇ ਕੋਲ ਸਵੇਰ ਦੀ ਰਿਪੋਰਟ ਆਈ ਹੈ, ਉਹਦੇ ਵਿੱਚ ਸਾਡੇ ਜਿਹੜੇ ਅਸੀਂ ਆਪਣਾ RT-PCR ਟੈਸਟ ਭੇਜੇ ਸੀ 489 ਦਾ ਰਿਜ਼ਲਟ ਆਇਆ, ਉਹਦੇ ਵਿੱਚੋਂ ਆਲਮੋਸਟ 90 ਕੇਸਿਸ ਪੋਜ਼ਿਟਿਵ ਆਏ ਨੇ, ਜਿਹਦਾ ਮਤਲਬ 20% ਪੋਜ਼ਿਟਿਵਿਟੀ ਸਾਡੀ ਆ ਰਹੀ ਹੈ। ਹਰ 10 ਬੰਦਿਆਂ ਪਿੱਛੇ 2 ਬੰਦਿਆਂ ਨੂੰ ਇਹ ਪੋਜ਼ਿਟਿਵ ਆ ਰਹੇ ਨੇ। ਇਹਦੇ ਤੋਂ ਬਚਣ ਵਾਸਤੇ ਸਿਰਫ ਤੇ ਸਿਰਫ ਮਾਸਕ ਤੇ ਹੱਥ ਧੋਂਦੇ ਰਹਿਣਾ ਤੇ ਜਿੰਨਾ ਘੱਟ ਮਿਲ ਸਕੀ ਇੱਕ ਦੂਸਰੇ ਨੂੰ ਉਹ ਜ਼ਰੂਰੀ ਹੈ। ਕੋਈ ਮੀਟਿੰਗ ਕਰਦੇ ਹੋ 10 ਮਿੰਟ ਤੋਂ ਜ਼ਿਆਦਾ ਨਾ ਕਰੋ, ਨਾਲ ਬੈਠ ਕੇ ਚਾਹ ਨਾ ਪੀਓ, ਪਾਣੀ ਨਾ ਪੀਓ, ਨਾਲ ਬੈਠ ਕੇ ਰੋਟੀ ਨਾ ਖਾਓ, ਆਪਣਾ ਕੰਮ ਕਰੋ, ਦੂਰ ਬੈਠ ਕੇ ਗੱਲ ਕਰਕੇ ਨਿਕਲ ਜਾਓ। ਜੇ ਫੋਨ ਤੇ ਕੰਮ ਹੁੰਦਾ ਤੇ ਫੋਨ ਤੇ ਕਰ ਲਓ। ਸਿਰਫ 1 ਮਹੀਨੇ ਦਾ ਕੰਮ ਹੈ ਜੀ, 1 ਮਹੀਨੇ ਦੇ ਅੰਦਰ ਸਾਰੀ ਚੀਜ਼ਾਂ ਨਾਰਮਲਾਈਜ਼ ਹੋ ਜਾਣਗੀਆਂ। ਵੈਕਸੀਨੇਸ਼ਨ 45 ਸਾਲ ਤੋਂ ਉੱਪਰ ਅਸੀਂ ਮੈਕਸਿਮਮ ਕਰਾ ਚੁੱਕੇ ਦੇ ਹਾਂ। ਆਲਮੋਸਟ 1,45,000 ਤੋਂ 1.5 ਲੱਖ ਦੇ ਕਰੀਬ ਡੋਜ਼ਿਸ ਅਸੀਂ ਲਗਵਾ ਚੁੱਕੇ ਦੇ ਹਾਂ। ਮੈਂ ਡੈਸਪਰੇਟਲੀ ਵੇਟ ਕਰ ਰਿਹਾ ਕਿ 18 ਸਾਲ ਦੇ ਉੱਪਰ ਵਾਲੀ ਵੈਕਸੀਨੇਸ਼ਨ ਆਏ ਤੇ ਜਿਸ ਤਰ੍ਹਾਂ ਪਹਿਲੇ ਅਸੀਂ ਕੈਂਪ ਲਗਾ ਕੇ ਵੈਕਸੀਨੇਸ਼ਨ ਕਰਾਈ ਸੀ, ਅਸੀਂ ਹੁਣ ਵੀ ਕਰਾਵਾਂਗੇ। ਮੈਂ ਥੈਂਕਸ ਕਰਨਾ ਚਾਹੁੰਦਾ ਪਠਾਨਕੋਟ ਦੇ ਸਾਰੇ ਡਿਸਟ੍ਰਿਕਟ ਪਠਾਨਕੋਟ ਦੇ ਲੋਕਾਂ ਦਾ ਕਿ ਪੂਰੇ ਪੰਜਾਬ 'ਚ ਵੈਕਸੀਨੇਸ਼ਨ 'ਚ ਪਠਾਨਕੋਟ ਨੇ ਟੌਪ ਕੀਤਾ ਤੇ ਪਹਿਲੇ ਵੀ ਅਸੀਂ ਕਰੋਨਾ ਨਾਲ ਲੜੇ ਹਾਂ। ਮੈਂ ਫਿਰ ਵਪਾਰੀ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਪਹਿਲੇ ਇਹਨਾਂ ਦਾ ਥੈਂਕਸ ਕਰਨਾ ਕਿ ਹਰ ਸਰਕਮਸਟੈਂਸ, ਹਰ ਪਰਿਸਥਿਤੀ 'ਚ ਸਾਡਾ ਸਾਥ ਦਿੰਦੇ ਨੇ ਤੇ ਅੱਗੇ ਵੀ ਸਾਡਾ ਸਾਥ ਦੇਣ। ਕੈਪਟਨ ਅਮਰਿੰਦਰ ਸਿੰਘ ਦੇ ਬਿਹਾਫ ਤੇ, ਉਹਨਾਂ ਦੇ ਬਿਹਾਫ ਤੇ, ਜਾਖੜ ਸਾਹਿਬ ਜੀ ਦੇ ਬਿਹਾਫ ਤੇ ਪੂਰੀ ਕੈਬਨਿਟ ਆਪਣੀ ਗਵਰਨਮੈਂਟ ਦੇ ਬਿਹਾਫ ਤੇ ਮੈਂ ਇਹਨਾਂ ਨੂੰ ਅਸ਼ੋਰ ਕਰਨਾ ਕਿ ਜੋ ਅਸੀਂ ਮਦਦ ਕਰ ਸਕਦੇ ਹਾਂ ਵਪਾਰੀਆਂ ਦੀ ਅਸੀਂ ਜ਼ਰੂਰ ਕਰਾਂਗੇ। ਮੈਂ ਉਹਨਾਂ ਦੇ ਬਿਹਾਫ ਤੇ ਇਹਨਾਂ ਨੂੰ ਸ਼ੋਰਟੀ